ਪਿਆਰੇ ਵਿਦਿਆਰਥੀਓ, ਜਾਣੋ ਵਿਰਸਾ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੇਲਾ ਗਦਰੀ ਬਾਬਿਆਂ ਬਾਰੇ। ਇਸ ਲਈ ਅਸੀਂ ਧੰਨਵਾਦੀ ਹਾਂ ਸਿੱਖਿਆ ਸ਼ਾਸਤਰੀ, ਲਿਖਾਰੀ, ਇਤਿਹਾਸਿਕ ਕ੍ਰਿਤਾਂ ਨੂੰ ਇਕੱਠੀਆਂ ਕਰਨ ਵਾਲੇ ਸ਼੍ਰੀ ਸੀਤਾਰਾਮ ਬਾਂਸਲ ਜੀ ਦਾ, ਜਿਨ੍ਹਾਂ ਨੇ ਇਸ ਲੇਖ ਲਈ ਖੋਜ ਕੀਤੀ, ਇਸ ਨੂੰ ਲਿਖਿਆ ਅਤੇ ਇਸ ਨੂੰ ਆਵਾਜ਼ ਦਿੱਤੀ। ਆਓ ਸੁਣਦੇ ਹਾਂ ਆਪਣੇ ਬਜ਼ੁਰਗਾਂ ਦਾ ਇਤਿਹਾਸ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ 'ਤੇ ਅੰਗਰੇਜ਼ਾਂ ਦਾ ਰਾਜ ਸੀ। ਸੰਨ 1947 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ। ਜਦੋਂ ਅੰਗਰੇਜ਼ ਇੱਥੇ ਸਾਡੇ ਦੇਸ਼ 'ਚ ਆਏ, ਉਹਨਾਂ ਨੇ ਹੌਲੀ ਹੌਲੀ ਇੱਥੇ ਵਪਾਰ ਕਰਨ ਦੀ ਇਜਾਜ਼ਤ ਲਈ ਪਹਿਲਾਂ। ਫਿਰ ਉਹਨਾਂ ਨੇ ਹੌਲੀ ਹੌਲੀ ਸਾਡੇ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਜਿਹੜੀ ਗਦਾਰੀ ਵਾਲਾ ਮਾਦਾ ਸੀ, ਉਹਨੂੰ ਭਾਂਪਦੇ ਹੋਏ ਉਹਨਾਂ ਨੇ ਦੇਸ਼ 'ਤੇ ਕਬਜ਼ਾ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਉਹ ਅੱਗੇ ਵੱਧਦੇ ਗਏ ਅਤੇ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਅਤੇ 1849 ਦੇ ਵਿੱਚ ਅੰਗਰੇਜ਼ ਜਿਹੜੇ ਆ ਉਹ ਪੰਜਾਬ 'ਤੇ ਕਾਬਜ਼ ਹੁੰਦੇ ਆ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਜਿੱਦਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕਾਂ ਨੇ, ਦੇਸ਼ ਦੇ ਹਰ ਧਰਮ ਦੇ, ਹਰ ਜਾਤ ਦੇ, ਹਰ ਖਿੱਤੇ ਦੇ ਲੋਕਾਂ ਨੇ ਹਿੱਸਾ ਲਿਆ। ਪੰਜਾਬ ਦੇ ਵਿੱਚ ਕੀ ਹੋਇਆ ਕਿ ਜਦੋਂ ਅੰਗਰੇਜ਼ ਇੱਥੇ ਆਏ, ਉਹਨਾਂ ਨੇ ਖੇਤੀਬਾੜੀ ਦੀਆਂ ਜਿਹੜਾ ਖੇਤੀਬਾੜੀ ਦਾ ਸਮਾਨ ਸੀਗਾ, ਉਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ। ਅਤੇ ਜਦੋਂ ਫਸਲ ਹੋਈ ਅਤੇ ਫਸਲ ਦੀਆਂ ਉਪਜ ਹੋਈ, ਜਦੋਂ ਉਹਦੀਆਂ ਕੀਮਤਾਂ ਬਹੁਤ ਸਾਰੀਆਂ ਘਟਾ ਦਿੱਤੀਆਂ। ਉਹਦੇ ਨਾਲ ਕੀ ਹੋਇਆ, ਜਿਹੜੇ ਕਿਸਾਨ ਸੀਗੇ ਉਹ ਬਹੁਤ ਘਾਟੇ ਦੇ ਵਿੱਚ ਚਲੇ ਗਏ। ਉਹਨਾਂ ਦੀ ਜ਼ਮੀਨ ਜਿਹੜੀ ਸੀ ਉਹ ਗਹਿਣੇ ਹੋ ਗਈ, ਵਿਕ ਗਈ, ਅਤੇ ਉਹਨਾਂ ਨੂੰ ਮਜਬੂਰੀ ਬਸ ਬਾਹਰਲੇ ਦੇਸ਼ਾਂ ਨੂੰ ਜਾਣਾ ਪਿਆ। ਉਹਨਾਂ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਕਾਰਨ ਇਹ ਸੀ ਕਿ ਰੋਜੀ ਰੋਟੀ ਲਈ, ਪਰਿਵਾਰ ਨੂੰ ਪਾਲਣ ਲਈ ਪੈਸਾ ਚਾਹੀਦਾ ਸੀਗਾ, ਅਤੇ ਖੇਤੀਬਾੜੀ ਜਿਹੜੀ ਸੀ ਉਹ ਘਾਟੇ ਦਾ ਸੌਦਾ ਹੋ ਗਿਆ। ਅਤੇ ਜਦੋਂ ਇੱਥੇ ਲੋਕ ਤੰਗ ਹੋ ਗਏ, ਫਿਰ ਉਹ ਬਾਹਰਲੇ ਦੇਸ਼ਾਂ ਨੂੰ ਚਲੇ ਗਏ, ਜਿੱਦਾਂ ਅਮਰੀਕਾ, ਕਨੇਡਾ, ਸਿੰਗਾਪੁਰ, ਮਲਾਇਆ, ਆਸਟ੍ਰੇਲੀਆ ਵਗੈਰਾ ਇੱਧਰ ਨੂੰ ਨਿਕਲੇ ਉਹ, ਅਤੇ ਫਿਲਪਾਈਨ ਵੀ ਗਏ। ਉੱਥੇ ਜਾ ਕੇ ਉਹ ਛੋਟੇ ਛੋਟੇ ਧੰਦੇ ਕਰਦੇ ਹੁੰਦੇ ਸੀ, ਜਿੱਦਾਂ ਚੌਕੀਦਾਰਾ ਕਰਨਾ ਜਾਂ ਹੋਰ ਉਹਨਾਂ ਨੇ ਕੰਮ ਕਾਰ ਕਰਨੇ। ਅਤੇ ਇੱਦਾਂ ਹੀ ਕਰਦੇ ਕਰਦੇ ਇਹ ਸਾਡੇ ਲੋਕ ਜਿਹੜੇ ਆ ਕਨੇਡਾ ਅਤੇ ਅਮਰੀਕਾ ਦੇ ਵਿੱਚ ਪਹੁੰਚ ਗਏ। ਅਮਰੀਕਾ ਦੇ ਵਿੱਚ 13 ਅਪ੍ਰੈਲ 1913 ਨੂੰ ਇੱਕ ਇਕੱਠ ਹੁੰਦਾ ਹੈ ਅਮਰੀਕਾ ਦੇ ਸ਼ਹਿਰ ਐਸਟੋਰੀਆ ਦੇ ਵਿੱਚ, ਜਿੱਥੇ ਹਿੰਦੁਸਤਾਨ ਸੋਸ਼ਲਿਸਟ ਪੈਸੀਫਿਕ ਨਾਂ ਦੀ ਪਾਰਟੀ ਬਣਾਈ ਜਾਂਦੀ ਹੈ। ਕੁਝ ਸਮੇਂ ਬਾਅਦ ਇਹਦਾ ਨਾਂ ਜਿਹੜਾ ਉਹ ਗਦਰ ਪਾਰਟੀ ਰੱਖਿਆ ਜਾਂਦਾ, ਹਿੰਦੁਸਤਾਨ ਪੈਸੀਫਿਕ ਕੋਸਟ, ਹਿੰਦੁਸਤਾਨ ਪੈਸੀਫਿਕ ਕੋਸਟ ਇਹ ਰੱਖਿਆ ਜਾਂਦਾ ਨਾਂ ਪਾਰਟੀ ਦਾ। ਅਤੇ ਉਸ ਤੋਂ ਬਾਅਦ ਫਿਰ ਗਦਰ ਅਖਬਾਰ ਸ਼ੁਰੂ ਹੁੰਦੀ ਹੈ। ਗਦਰ ਅਖਬਾਰ ਜਿਹੜੀ ਆ ਉਹ ਪਹਿਲਾਂ ਉਰਦੂ 'ਚ ਹੁੰਦੀ ਹੈ, 1 ਮਹੀਨੇ ਬਾਅਦ ਪੰਜਾਬੀ ਦੇ ਵਿੱਚ, ਫਿਰ ਗੁਜਰਾਤੀ ਅਤੇ ਹਿੰਦੀ ਦੇ ਵਿੱਚ ਵੀ ਉਹ ਆਉਂਦੀ ਹੈ। ਅਤੇ ਇਸ ਤਰ੍ਹਾਂ ਕਰਦੇ ਕਰਦੇ ਉਹ ਗਦਰ ਅਖਬਾਰ ਇੰਨੀ ਮਸ਼ਹੂਰ ਹੋ ਜਾਂਦੀ ਹੈ ਕਿ ਗਦਰ ਅਖਬਾਰ ਦੇ ਨਾਂ 'ਤੇ ਇਹਦਾ ਨਾਂ ਗਦਰ ਪਾਰਟੀ ਪੈ ਜਾਂਦਾ ਹੈ। ਇਹਨਾਂ ਨੇ ਜਿਹੜਾ ਮੁੱਖ ਕੰਮ ਕੀਤਾ ਉਹ ਅਖਬਾਰ ਰਾਹੀਂ ਅਖਬਾਰ ਛਾਪ ਕੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਭੇਜਦੇ ਹੁੰਦੇ ਸੀਗੇ, ਔਰ ਉੱਥੋਂ ਫਿਰ ਇਹ ਜਿਹੜੀ ਅਖਬਾਰ ਫ੍ਰੀ ਭੇਜਦੇ ਸੀ, ਯਾਨੀ ਪੂਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਸੀਗੇ, ਹਿੰਦੁਸਤਾਨੀ ਵੱਸਦੇ ਸੀ ਉਹਨਾਂ ਨੂੰ। ਅਤੇ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਪ੍ਰਚਾਰ ਕਰਨਾ, ਉਹ ਕੀ ਕਰ ਰਹੇ ਆ ਅੰਗਰੇਜ਼, ਸਾਡੇ ਦੇਸ਼ ਨੂੰ ਕਿੱਦਾਂ ਲੁੱਟ ਰਹੇ ਆ, ਉਹ ਸਾਰਾ ਦੱਸ ਕੇ ਅਤੇ ਫਿਰ ਉਹਨਾਂ ਦੇ ਵਿਰੁੱਧ ਪ੍ਰਚਾਰ ਕਰਦੇ ਸੀ। ਦੇਸ਼ ਭਗਤਾਂ ਦੀਆਂ ਰਚਨਾਵਾਂ ਜਿਹੜੀਆਂ ਉਹ ਛਾਪਦੇ ਸੀਗੇ ਇਸ ਅਖਬਾਰ ਦੇ ਵਿੱਚ। ਅਤੇ ਹੌਲੀ ਹੌਲੀ ਕੀ ਹੋਇਆ ਕਿ ਸੰਸਾਰ ਜੰਗ ਛਿੜ ਪਈ, ਪਹਿਲੀ ਜਿਹੜੀ 1914 ਦੇ ਵਿੱਚ। ਅਤੇ ਹਾਲੇ ਪਾਰਟੀ ਬਣੀ ਨੂੰ ਥੋੜ੍ਹਾ ਚਿਰ ਹੀ ਹੋਇਆ ਸੀਗਾ ਜਦੋਂ ਸੰਸਾਰ ਜੰਗ ਛਿੜ ਪਈ। ਅਤੇ ਉਹਦੇ ਨਾਲ ਕੀ ਹੋਇਆ ਕਿ ਇਹ ਜਦੋਂ ਸਾਡੇ ਲੋਕ ਉੱਥੇ, ਹਾਲੇ ਇਹਨਾਂ ਦਾ ਪ੍ਰੋਗਰਾਮ ਸੀਗਾ ਕਿ ਅਸੀਂ 1 ਸਾਲ ਤਿਆਰੀ ਕਰਾਂਗੇ, ਫਿਰ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਤੇ ਉਹ ਕਰਾਂਗੇ, ਮਤਲਬ ਹਿੰਦੁਸਤਾਨ ਜਾਵਾਂਗੇ, ਫੌਜਾਂ ਨੂੰ ਵਿਗਾੜਾਂਗੇ, ਅਤੇ ਫੌਜੀਆਂ ਨੂੰ ਵਿਗਾੜ ਕੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਅਤੇ ਫਿਰ ਅਸੀਂ ਦੇਸ਼ ਨੂੰ ਆਜ਼ਾਦ ਕਰਾ ਲਾਂਗੇ। ਅਤੇ ਹੋਇਆ ਕਿ ਇਹਨਾਂ ਨੂੰ ਤਿਆਰੀ ਦਾ ਮੌਕਾ ਨਹੀਂ ਮਿਲਿਆ, ਜੰਗ ਛਿੜ ਗਈ। ਗਦਰੀਆਂ ਨੇ ਐਲਾਨ ਕਰ ਦਿੱਤਾ, ਐਲਾਨੇ ਜੰਗ ਛਾਪ ਕੇ ਨਾ ਅਖਬਾਰ ਦੇ ਵਿੱਚ, ਗਦਰ ਅਖਬਾਰ 'ਚ ਇਹਨਾਂ ਨੇ ਉਦੋਂ, ਅਤੇ ਇਹਨੂੰ ਐਲਾਨ ਕਰ ਦਿੱਤਾ ਕਿ ਹਿੰਦੁਸਤਾਨ ਜਾਣਾ ਅਸੀਂ। 8000 ਦੇਸ਼ ਭਗਤ ਜਿਹੜੇ ਵੱਖ ਵੱਖ ਦੇਸ਼ਾਂ ਤੋਂ ਇੰਡੀਆ ਆਏ, ਆ ਕੇ ਉਹਨਾਂ ਨੇ ਇੱਥੇ ਦੇਸ਼ ਦੀ ਆਜ਼ਾਦੀ ਲਈ ਜੰਗ ਲੜੀ ਇਕੱਠੇ ਹੋ ਕੇ। ਅਤੇ ਹੋਇਆ ਕੀ ਕਿ ਉਦੋਂ ਦੇ ਜਿਹੜੇ ਧਾਰਮਿਕ ਲੀਡਰ ਸੀਗੇ, ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਅਤੇ ਇਹਨਾਂ ਨੂੰ 2 ਪਾਸੇ ਜੰਗ ਲੜਨੀ ਪਈ, ਇੱਕ ਆਪਣੇ ਦੇਸ਼ ਦੇ ਲੋਕਾਂ ਨਾਲ ਅਤੇ ਇੱਕ
ਅੰਗਰੇਜ਼ਾਂ ਦੇ ਨਾਲ। ਅਤੇ ਗਦਾਰੀ ਉੱਥੇ ਵੀ ਹੋਈ ਉਹਨਾਂ ਦੇ ਨਾਲ। ਚਲੋ ਇਹਨਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ, ਪਰ ਉਹ ਜਿਹੜੀ ਗਦਾਰੀ ਸੀਗੀ ਉਹਦੇ ਕਰਕੇ ਜਿਹੜੀ ਇਹਨਾਂ ਨੇ ਤਰੀਕ ਰੱਖੀ ਸੀ 21 ਫਰਵਰੀ 1915, 21 ਫਰਵਰੀ 1915 ਇਹਨਾਂ ਨੇ ਆਜ਼ਾਦੀ ਦੀ ਲੜਾਈ ਲਈ ਡੇਟ ਰੱਖੀ ਸੀਗੀ। ਉਹ ਜਿਹੜੀ ਡੇਟ ਇਹਨਾਂ ਨੂੰ ਬਦਲਣੀ ਪਈ, 19 ਫਰਵਰੀ 21 ਤੋਂ 19 ਕਰਨੀ ਪਈ। ਉਹ ਵੀ ਅੰਗਰੇਜ਼ਾਂ ਨੂੰ ਪਤਾ ਲੱਗ ਗਈ। ਤਾਂ ਕੀ ਹੋਇਆ ਕਿ ਉਹਨਾਂ ਨੇ ਪੂਰੇ ਹਰ ਜਗ੍ਹਾ ਜਿਹੜੇ ਦੇਸੀ ਫੌਜੀ ਸੀਗੇ ਛਾਉਣੀਆਂ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ, ਉਹਨਾਂ ਦੇ ਕੋਲੋਂ ਹਥਿਆਰ ਲੈ ਲਏ। ਹਥਿਆਰ ਲੈਣ ਨਾਲ ਕੀ ਹੋਇਆ ਕਿ ਉਹ ਮਤਲਬ ਗਦਰੀ ਜਿਹੜੇ ਸੀ ਉਹ ਕਾਮਯਾਬ ਨਹੀਂ ਹੋ ਸਕੇ ਆਪਣੇ ਉਸ ਮਿਸ਼ਨ ਦੇ ਵਿੱਚ। ਫਿਰ ਫੜੇ ਗਏ, ਉਹਨਾਂ ਦੇ ਮੁਕੱਦਮੇ ਚੱਲੇ, ਫਾਂਸੀ ਲੱਗੇ, ਗੋਲੀਆਂ ਨਾਲ ਉਡਾਏ ਗਏ, ਅਤੇ ਉਹਨਾਂ ਨੂੰ ਅੰਡੇਮਾਨ ਕਾਲੇ ਪਾਣੀ ਜੇਲ੍ਹ 'ਚ ਭੇਜਿਆ ਗਿਆ। ਇੰਡੀਆ ਦੀਆਂ ਜਿਹੜੀਆਂ ਬਹੁਤ ਮਾੜੀਆਂ ਜੇਲ੍ਹਾਂ ਸੀਗੀਆਂ ਉੱਥੇ ਭੇਜਿਆ ਗਿਆ, ਬਹੁਤ ਉਹਨਾਂ ਨੂੰ ਤਸੀਹੇ ਦਿੱਤੇ ਗਏ। ਅਤੇ ਜਦੋਂ ਇਹ ਜਵਾਨੀ ਦੇ ਵਿੱਚ ਇਹ ਗਏ ਸੀ ਜੇਲ੍ਹਾਂ ਦੇ ਵਿੱਚ, ਅਤੇ ਜਦੋਂ ਵਾਪਸ ਆਏ ਅਤੇ ਇਹਨਾਂ ਦੇ ਜਿਹੜੇ ਵਾਲ ਸੀਗੇ, ਦਾੜ੍ਹੀਆਂ, ਕੇਸ ਚਿੱਟੇ ਹੋ ਚੁੱਕੇ ਸੀ ਉਦੋਂ। ਅਤੇ ਉਹਨਾਂ ਕਰਕੇ ਇਹਨਾਂ ਨੂੰ ਗਦਰੀ ਬਾਬੇ ਕਿਹਾ ਜਾਂਦਾ, ਕਿਉਂਕਿ ਜਵਾਨੀਆਂ 'ਚ ਗਏ ਸੀਗੇ ਅਤੇ ਬਾਬੇ ਬਣ ਕੇ ਉੱਥੋਂ ਜੇਲ੍ਹਾਂ 'ਚੋਂ ਆਏ ਇਹ। ਫਿਰ ਇਹਨਾਂ ਨੇ ਫਿਰ ਵੀ ਸੰਘਰਸ਼ ਨਹੀਂ ਰੋਕਿਆ ਆਪਣਾ, ਹਮੇਸ਼ਾ ਸੰਘਰਸ਼ਸ਼ੀਲ ਰਹੇ। ਉਸ ਤੋਂ ਬਾਅਦ ਬੱਬਰ ਅਕਾਲੀ ਲਹਿਰ ਚੱਲਦੀ ਹੈ। ਬੱਬਰ ਅਕਾਲੀ ਲਹਿਰ ਸ਼ੁਰੂ ਕਰਨ ਵਾਲੇ ਹੀ ਗਦਰੀ ਸੀ। ਜਦੋਂ ਆਜ਼ਾਦ ਹਿੰਦ ਫੌਜ ਬਣਦੀ ਹੈ, ਆਜ਼ਾਦ ਹਿੰਦ ਫੌਜ ਦਾ ਮੁੱਢ ਰੱਖਣ ਵਾਲੇ ਵੀ ਗਦਰੀ ਸੀਗੇ। ਅਤੇ ਇਹਨਾਂ ਦੇ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਹੀ ਆਜ਼ਾਦ ਹਿੰਦ ਫੌਜ ਬਣੀ ਸੀ। ਆਜ਼ਾਦ ਹਿੰਦ ਫੌਜ ਨੇ ਭਾਰਤੀ ਫੌਜ ਨੂੰ ਵਿਗਾੜਿਆ। ਉਸ ਤੋਂ ਬਾਅਦ ਨੇਵੀ ਨੇ ਵੀ ਸਟ੍ਰਾਈਕਾਂ ਕਰ ਦਿੱਤੀਆਂ, ਨੇਵੀ ਨੇ ਵੀ ਰਿਵੋਲਟ ਕਰਤੀ, ਪੁਲਿਸ ਨੇ ਵੀ ਕਰ ਦਿੱਤੀ। ਅਤੇ ਉਹਦੇ ਨਾਲ ਕੀ ਹੋਇਆ, ਅੰਗਰੇਜ਼ਾਂ ਨੂੰ ਲੱਗ ਗਿਆ ਕਿ ਹੁਣ ਅਸੀਂ ਇੱਥੇ ਸੁਰੱਖਿਅਤ ਨਹੀਂ, ਅਤੇ ਉਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾ ਦਿੱਤਾ। ਫਿਰ ਜਿਹੜੇ ਦੇਸ਼ ਭਗਤ ਜੇਲ੍ਹਾਂ 'ਚੋਂ ਆਏ ਸੀ, ਉਹਨਾਂ ਦੇ ਪਰਿਵਾਰਾਂ ਨੂੰ ਬੜੀਆਂ ਤੰਗੀਆਂ ਹੋਈਆਂ ਜਾਂ ਜੇਲ੍ਹਾਂ ਦੇ ਵਿੱਚ ਸੀਗੇ। ਫਿਰ ਜਿਹੜੇ ਜੇਲ੍ਹਾਂ ਤੋਂ ਰਿਹਾ ਹੋ ਕੇ ਗਦਰੀ ਬਾਬੇ ਆਏ, ਉਹਨਾਂ ਨੇ ਪਰਿਵਾਰ ਸਹਾਇਕ ਕਮੇਟੀ ਬਣਾਈ ਇੱਕ, ਅਤੇ ਪਰਿਵਾਰ ਸਹਾਇਕ ਕਮੇਟੀ ਬਣਾ ਕੇ ਉਹ ਪੈਸੇ ਇਕੱਠੇ ਕਰਦੇ ਸੀ, ਆਪਣੇ ਕੋਲੋਂ ਵੀ ਪਾਉਂਦੇ ਸੀਗੇ, ਅਤੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਸੀ। ਹੌਲੀ ਹੌਲੀ ਕੀ ਹੋਇਆ ਕਿ ਇਹ ਪਰਿਵਾਰ ਸਹਾਇਕ ਕਮੇਟੀ ਜਿਹੜੀ ਆ, ਇਹ ਦੇਸ਼ ਭਗਤ ਯਾਦਗਾਰ ਕਮੇਟੀ ਦੇ ਰੂਪ ਦੇ ਵਿੱਚ ਆ ਗਈ। ਫਿਰ ਇੱਥੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਜਿਹੜਾ BMC ਚੌਂਕ ਦੇ ਬਿਲਕੁਲ ਨਾਲ, ਇੱਥੇ ਇਹਨਾਂ ਨੇ ਕਾਫੀ ਜ਼ਮੀਨ ਜਿਹੜੀ ਆ ਉਹ ਖਰੀਦ ਕੇ, ਅਤੇ ਉੱਥੇ ਇੱਕ ਬਹੁਤ ਵੱਡਾ ਹਾਲ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਉਸਾਰਿਆ, ਜਿੱਥੇ ਇੱਕ ਮਿਊਜ਼ੀਅਮ ਹੈ, ਫੋਟੋ ਗੈਲਰੀ ਹੈ, ਮਿਊਜ਼ੀਅਮ ਹੈ, ਬਹੁਤ ਵੱਡੀ ਲਾਇਬ੍ਰੇਰੀ ਹੈ। ਫਿਰ ਇੱਥੇ ਵੱਡੇ ਵੱਡੇ ਹਾਲ ਹੈ ਜਿਨ੍ਹਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ। ਅਤੇ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਇਹ ਅੱਜ ਤੋਂ ਕੋਈ 21 ਸਾਲ ਪਹਿਲਾਂ ਸ਼ੁਰੂ ਹੋਇਆ, ਅਤੇ 50 ਕੁ ਜਣਿਆਂ ਤੋਂ ਸ਼ੁਰੂ ਹੋਇਆ ਸੀ ਇਹ ਗਦਰੀ ਬਾਬਿਆਂ ਦਾ ਮੇਲਾ, ਅਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਮੇਲਾ ਜਿਹੜਾ ਉਹ ਲੋਕ ਦੇਖਣ ਆਉਂਦੇ ਆ, ਅਟੈਂਡ ਕਰਦੇ ਆ। ਇਹਦੇ ਵਿੱਚ ਮੁੱਖ ਜਿਹੜਾ ਇੱਕ ਹੁੰਦਾ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਤੰਗੀਆਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਹੁੰਦਾ, ਵਿਚਾਰ ਮੰਥਨ ਹੁੰਦਾ, ਕਵੀ ਦਰਬਾਰ ਹੁੰਦਾ। ਇਹਦੇ ਵਿੱਚ ਬੱਚਿਆਂ ਦੇ ਮੁਕਾਬਲੇ ਕਰਾਏ ਜਾਂਦੇ ਆ। ਅਤੇ ਸਭ ਤੋਂ ਵੱਡਾ ਜਿਹੜਾ ਇਹਦਾ ਫੀਚਰ ਹੈ ਉਹ ਹੈ ਬੁੱਕ ਸਟਾਲ ਜਿਹੜੇ ਲੱਗਦੇ ਆ ਨਾ, ਉਹ ਬੁੱਕ ਸਟਾਲ ਦੇ ਵਿੱਚ ਇੱਥੇ ਘੱਟੋ ਘੱਟ 5 ਤੋਂ ਲੈ ਕੇ 7 ਲੱਖ ਰੁਪਏ ਦਾ ਹਰ ਸਾਲ ਲਿਟਰੇਚਰ ਜਿਹੜਾ ਉਹ ਵਿਕਦਾ। ਸੋ ਇਹ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਹੈ ਉਹ ਮਹਾਨ ਦੇਸ਼ ਭਗਤਾਂ ਨੂੰ ਯਾਦ ਕਰਨ ਦਾ ਦਿਨ ਹੁੰਦਾ। ਅਤੇ ਇਹ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਆ ਉਹ ਲੋਕਾਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਨ ਦਾ ਦਿਨ ਹੁੰਦਾ। ਅਤੇ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਇਹ ਉਸ ਵਿਰਾਸਤ ਨੂੰ ਸਜਦਾ ਕਰਨ ਲਈ ਹੈ, ਜਿਹੜੀ ਵਿਰਾਸਤ ਸਾਨੂੰ ਗਦਰੀ ਬਾਬੇ ਅਤੇ ਹੋਰ ਇਨਕਲਾਬੀ ਦੇਸ਼ ਭਗਤ ਦੇ ਕੇ ਗਏ ਆ। ਸੋ ਬੱਚਿਓ, ਇਹ ਮੇਲਾ 30, 31 ਅਕਤੂਬਰ ਅਤੇ 1 ਨਵੰਬਰ ਪੂਰਾ ਦਿਨ ਅਤੇ 1 ਨਵੰਬਰ ਦੀ ਰਾਤ ਇਹ ਲੱਗਦਾ। ਵੱਖ-ਵੱਖ ਉਹਦੇ ਵਿੱਚ ਪ੍ਰੋਗਰਾਮ ਹੁੰਦੇ ਆ। ਇਸ ਵਾਰ ਕਰੋਨਾ ਕਰਕੇ ਇਹ ਮੇਲਾ ਜਿਹੜਾ ਸਿਰਫ 31 ਅਕਤੂਬਰ ਅਤੇ 1 ਨਵੰਬਰ ਨੂੰ ਲੱਗ ਰਿਹਾ, ਅਤੇ ਉਹਦੇ ਕਰਕੇ ਮਤਲਬ ਥੋੜ੍ਹਾ ਜਿਹਾ ਜਿਹੜੇ ਆ ਪ੍ਰੋਗਰਾਮ ਰਿਸਟ੍ਰਿਕਟ ਕੀਤੇ ਆ, ਲੇਕਿਨ ਫਿਰ ਵੀ ਲੋਕਾਂ ਦੀ ਸ਼ਮੂਲੀਅਤ ਜਿਹੜੀ ਉਹ ਵੱਡੇ ਪੱਧਰ 'ਤੇ ਇਹਦੇ ਵਿੱਚ ਹੋਏਗੀ। ਸੋ ਅਸੀਂ ਅੱਜ ਦੇ ਦਿਨ ਗਦਰੀ ਬਾਬਿਆਂ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਮਹਾਨ ਦੇਸ਼ ਭਗਤਾਂ ਨੂੰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦੀ ਕੁਰਬਾਨੀ ਕੀਤੀ, ਆਪਣੇ ਪੂਰੇ ਪਰਿਵਾਰ ਨੂੰ ਉਹਨਾਂ ਨੇ ਜਿਹੜਾ ਵਾਰ ਦਿੱਤਾ ਸਮਝੋ ਇੱਕ ਕਿਸਮ ਦਾ। ਆਪਣੇ ਜ਼ਮੀਨਾਂ ਜਾਇਦਾਦ ਉਹਨਾਂ ਦੀਆਂ ਜ਼ਬਤ ਹੋ ਗਈਆਂ, ਅੰਗਰੇਜ਼ਾਂ ਨੇ ਕਰ ਲਈਆਂ ਸੀਗੀਆਂ, ਨਿਲਾਮ ਕਰ ਦਿੱਤੇ ਉਹਨਾਂ ਦੇ ਘਰ ਤੱਕ। ਉਹਨਾਂ ਦੇਸ਼ ਭਗਤਾਂ ਨੂੰ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀਆਂ ਕੁਰਬਾਨੀਆਂ ਕਰਕੇ ਆਜ਼ਾਦ ਕਰਵਾਇਆ। ਸੋ ਅਸੀਂ ਇਸ ਗਦਰੀ ਮੇਲੇ 'ਤੇ ਬੱਚੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਿਆ ਕਰੋ। ਤੁਸੀਂ ਆਪਣੇ ਆਪਣੇ ਪੱਧਰ 'ਤੇ ਉਹਨਾਂ ਦੇਸ਼ ਭਗਤਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਗਦਰ ਪਾਰਟੀ ਦੇ ਦੇਸ਼ ਭਗਤਾਂ ਨੂੰ ਵੱਧ ਤੋਂ ਵੱਧ
ਯਾਦ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਨਕਲਾਬੀਆਂ ਬਾਰੇ ਪੜ੍ਹੋ, ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ, ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੋ, ਦੇਸ਼ ਭਗਤ ਬਣੋ, ਚੰਗੇ ਇਨਸਾਨ ਬਣੋ।